हाँ जी बेटा, ये अपना जिहड़ा हैगा 19 फरवरी का लैक्चर हैगा, जिस दे विच आपां ना नैक्सट टॉपिक कंबाइंड अर्थमैटिक मीन जिहड़ा हैगा ये आपां स्टार्ट कर रहे हैं। आपां अर्थमैटिक मीन जिहड़ा हैगा तीनों सीरीज़ दे नाल कड्ढना सीख लिया है कि किस तरह कड्ढिया जांदा। उस तो बाद आ जांदा कंबाइंड अर्थमैटिक मीन। कंबाइंड दे विच की हुंदा है, जदों आपां दो मीनस नूं कंबाइन कर दिंदे आपां नूं दो वी हैव गिवन टू ग्रुप्स ऑफ साइजिस n1 एंड n2 ਤੇ टू मीनस x1 बार एंड x2 बार इस तरह ਆਪਾਂ ਨੂੰ ਗਿਵਨ ਹੁੰਦੇ ਆ। ਉਦੋਂ ਆਪਾਂ ਨੂੰ ਉਹਨਾਂ ਦਾ ਕੰਬਾਈਨਡ ਮੀਨ ਜਿਹੜਾ ਹੈਗਾ ਉਹ ਕੱਢਣ ਨੂੰ ਕਿਹਾ ਜਾਂਦਾ ਹੈਗਾ ਮੀਨ ਆਫ ਦਾ ਕੰਬਾਈਨਡ ਗਰੁੱਪ, ਦੈਟ ਇਜ਼ ਦਾ ਕੰਬਾਈਨਡ ਅਰਥਮੈਟਿਕ ਮੀਨ। ਤਾਂ ਇਸ ਤਰ੍ਹਾਂ ਜਦੋਂ ਆਪਾਂ ਨੂੰ ਦੋ ਗਰੁੱਪਸ ਦਾ ਸਾਈਜ਼ ਤੇ ਮੀਨ ਗਿਵਨ ਹੁੰਦਾ ਤਾਂ ਆਪਾਂ ਉਹਨਾਂ ਦਾ ਕੰਬਾਈਨਡ ਮੀਨ ਇਸ ਤਰ੍ਹਾਂ ਕਰਦੇ ਹਾਂ x1 2 ਬਾਰ, ਠੀਕ ਹੈ। x ਬਾਰ 1 2 ਆਪਾਂ ਕਹਿ ਲਈਏ ਕਿ ਫਸਟ ਮੀਨ ਤੇ ਸੈਕਿੰਡ ਮੀਨ ਦੋਨਾਂ ਦਾ ਆਪਾਂ ਕੰਬਾਈਨਡ ਮੀਨ ਕੱਢ ਰਹੇ ਹਾਂ। ਫਾਰਮੂਲਾ ਇਹਦਾ ਬੇਟਾ ਤੁਸੀਂ ਦੇਖ ਲਓ n1 x1 ਬਾਰ, ਠੀਕ ਹੈ। ਮਤਲਬ ਪਹਿਲਾ ਗਰੁੱਪ ਦਾ ਸਾਈਜ਼ ਫਿਰ ਉਹਦਾ ਮੀਨ ਪਲੱਸ ਸੈਕਿੰਡ ਗਰੁੱਪ ਦਾ ਸਾਈਜ਼ ਤੇ ਉਹਦਾ ਮੀਨ ਬਟਾ ਦੋਨੋਂ ਗਰੁੱਪ ਦੇ ਸਾਈਜ਼ਸ ਨੂੰ ਆਪਾਂ ਕੀ ਕਰਾਂਗੇ ਪਲੱਸ ਕਰ ਦੇਵਾਂਗੇ n1 ਪਲੱਸ n2। ਕਲੀਅਰ। ਇਹ ਆਪਣਾ ਜਿਹੜਾ ਹੈਗਾ ਫਾਰਮੂਲਾ ਰਹੇਗਾ ਜੇ ਆਪਾਂ ਨੇ ਦੋ ਮੀਨਸ ਦਾ ਕੰਬਾਈਨ ਮੀਨ ਕੱਢਣਾ ਹੈ। ਜੇ ਆਪਾਂ ਨੂੰ ਇਸ ਤੋਂ ਵੀ ਜ਼ਿਆਦਾ 3 4 ਜਾਂ ਜਿੰਨੇ ਵੀ ਆਪਾਂ ਨੂੰ ਦਿੱਤੇ ਹੋ ਸਕਦੇ ਹੈ ਗਰੁੱਪ ਤੇ ਉਹਨਾਂ ਦੇ ਮੀਨਸ, ਤਾਂ ਉਹਨਾਂ ਨੂੰ ਆਪਾਂ ਐਕਸਟੈਂਡ ਕਰ ਸਕਦੇ ਹਾਂ ਇਸ ਫਾਰਮੂਲੇ ਨੂੰ। ਜਸਟ ਕੁਛ ਨਹੀਂ ਕਰਨਾ, ਆਪਾਂ ਨੇ ਜਿੰਨਾ ਵੀ ग्रुप दिता तो वह मीन उन्होंने मल्टीप्लाई करके ऐड कर देना उपरली साइड तो नीचे आपने ग्रुप के साइज़ में ऐड कर देना। फार्मूले में आप एक्सटेंड भी कर सकते हैं, मीनस आप जिन्ने मर्जी इनू ग्रुप्स के उत्ते अपलाई कर सकते हैं। ओके, नैक्सट अपने को गया एग्जाम्पल्स है। आ दोनों फार्मूले बेटा चंगी तरह कर लेने तुसी कंबाइंड मीन दे। बेटा अपना जिहड़ा हैगा लैक्चरस नाल दी नाल देखते रहो, तैयारी करते रहो, क्योंकि फिर पेपरों के नज़दीक जाके तैयारी करना मुश्किल हो जाता है, क्योंकि सिलेबस तुहाडा काफ़ी ज़्यादा जिहड़ा हैगा वध गया है। तो इस करके तुसी सारे बेटा लैक्चर जरूर देखा करो। क्लीयर। तो एग्जाम्पल नंबर 1 अपने को जिमें कि सैट ऑफ आपां नूं 8 ऑबजरवेशनस ਦਾ ਜਿਹੜਾ ਹੈਗਾ ਮੀਨ ਆਪਾਂ ਨੂੰ 4 ਦਿੱਤਾ ਹੈ ਤੇ ਅਨਦਰ ਸੈਟ ਆਫ 10 ਆਬਜ਼ਰਵੇਸ਼ਨ ਦਾ ਮੀਨ ਆਪਾਂ ਨੂੰ 6 ਦਿੱਤਾ ਹੈ। ਆਪਾਂ ਨੇ ਪਤਾ ਕਰਨਾ ਫਾਈਂਡ ਦਾ ਮੀਨ ਆਫ ਦਾ ਕੰਬਾਈਨਡ ਸੈਟ ਪਤਾ ਕਰਨਾ ਹੈ। ਹੁਣ ਪਹਿਲੇ ਸੈੱਟ 'ਚ ਕੀ ਹੈ 8 ਆਬਜ਼ਰਵੇਸ਼ਨ ਮੀਨਸ n1 ਦੀ ਵੈਲਿਊ 8 ਹੈ ਤੇ ਮੀਨ ਆਪਣੇ ਕੋਲੇ 4 ਹੈ। ਸੈਕਿੰਡ ਆਬਜ਼ਰਵੇਸ਼ਨ 'ਚ n2 ਦੀ ਵੈਲਿਊ 10 ਹੈ ਤੇ ਉਹਦਾ ਮੀਨ ਆਪਾਂ ਨੂੰ x2 ਬਾਰ 6 ਗਿਵਨ ਹੈ ਤੇ ਸਿੰਪਲ ਆਪਾਂ ਨੇ ਫਾਰਮੂਲਾ ਅਪਲਾਈ ਕਰ ਦੇਣਾ x12 ਬਾਰ ਇਜ਼ ਇਕੁਅਲ ਟੂ n1 x बार प्लस n2 x2 बार अपॉन n1 प्लस n2 सारिया वैल्यूज़ अपने को हैगी। इन्हों पुट करके मल्टीप्लाई कर दो, फिर ऐड करके अपने डिवाइड कर देना। सिंपल कैलकुलेटर जिहड़ा हैगा तुसीं इहदे विच यूज़ कर सकते हो। सैकेंड एग्जाम्पल हैगी है आपां नूं गिवन है कि एवरेज मंथली वेजेस ऑफ ऑल द वर्करस इन ए फैक्ट्री आर रुपीज़ दिस वन, ठीक है। किसी फैक्ट्री दे विच एवरेज मंथली जेरे हैगे वेजेस फैक्ट्री च वर्करस दे मंथली वेजेस जेरे हैगे एवरेज मंथली वेजेस हो के 444। इफ द एवरेज वेजेस पे टू मेल एंड फीमेल, जे मेल ते फीमेल दे अलग अलग एवरेज वेजेस की गल करिए वो अपने को की है मेल वास्ते 480 रुपीज़ ते लेडीज़ वास्ते 360 रुपीज़ है। ਆਪਾਂ ਨੇ ਕੀ ਪਤਾ ਕਰਨਾ ਫਾਈਂਡ ਦਾ ਪਰਸੈਂਟੇਜ ਆਫ ਮੇਲ ਐਂਡ ਫੀਮੇਲ ਵਰਕਰਸ ਇੰਪਲੋਇਡ ਬਾਈ ਦਾ ਫੈਕਟਰੀ। ਆਪਾਂ ਨੇ ਪਤਾ ਕਰਨਾ ਹੈ ਕਿੰਨੇ ਆਪਣੇ ਕੋਲੇ ਜਿਹੜੇ ਹੈਗੇ ਮੇਲ ਵਰਕਰਸ ਕੰਮ ਕਰ ਰਹੇ ਤੇ ਕਿੰਨੇ ਆਪਣੇ ਕੋਲੇ ਫੀਮੇਲ ਵਰਕਰਸ ਕੰਮ ਕਰ ਰਹੇ ਹੈਗੇ। ਕਲੀਅਰ। ਇਹ ਚੀਜ਼ ਆਪਾਂ ਨੇ ਪਤਾ ਕਰਨੀ ਹੈਗੀ। ਤਾਂ ਹੁਣ ਇਹਦੇ ਵਾਸਤੇ ਆਪਾਂ ਨੇ ਕੀ ਸਪੋਜ਼ ਕਰ ਲਿਆਗਾ, ਕਿਉਂਕਿ ਆਪਾਂ ਨੂੰ ਪਰਸੈਂਟੇਜ ਦੀ ਗੱਲ ਕੀਤੀ ਹੈ ਤਾਂ ਆਪਾਂ ਮੰਨ ਲਾਂਗੇ ਟੋਟਲ ਕਿੰਨੇ ਹੈ 100 ਹੈ। ਤਾਂ ਟੋਟਲ 100 ਵਰਕਰਸ ਜਿਹੜੇ ਉਹ ਫੈਕਟਰੀ 'ਚ ਕੰਮ ਕਰ ਰਹੇ ਹੈ ਤਾਂ ਉਹਦੇ ਵਿੱਚੋਂ ਨੰਬਰ ਆਫ ਮੇਲ ਵਰਕਰਸ ਤੇ ਫੀਮੇਲ, ਮੇਲ ਨੂੰ ਆਪਾਂ n1 ਲਿਖ ਲੈਂਦੇ ਹਾਂ ਤੇ ਫੀਮੇਲ ਨੂੰ ਆਪਾਂ n2 ਉਹਨਾਂ ਦੀ ਕਾਊਂਟਿੰਗ ਸਪੋਜ਼ ਕਰ ਲੈਂਦੇ। ਮੀਨ ਜਿਹੜਾ ਹੈਗਾ ਮੇਲ ਵਾਸਤੇ x1 ਬਾਰ ਤੇ x2 ਬਾਰ ਇਹ ਆਪਾਂ ਨੂੰ ਗਿਵਨ ਹੈ। x1 ਬਾਰ ਦੀ ਵੈਲਿਊ ਆਪਾਂ ਨੂੰ 480 ਗਿਵਨ ਹੈ ਤੇ x2 ਬਾਰ ਦੀ 360 ਗਿਵਨ ਹੈ ਤੇ x12 ਬਾਰ ਦੀ ਵੈਲਿਊ ਵੀ ਗਿਵਨ ਹੈ, ਕਿਉਂਕਿ ਆਪਾਂ ਨੂੰ कंपनी दी जिहड़ा हैगा कंबाइंड एवरेज मंथली वेजेस गिवन है तो वो x12 बार की वैल्यू हो जाएगी। आपने कि वैल्यू पता करनी है n1 ते n2 की वैल्यू पता करनी है। फार्मूला
ਤੇ ਆਪਾਂ ਸਪੋਜ਼ ਕਰ ਲਿਆ ਕਿ ਟੋਟਲ ਉੱਥੇ ਵਰਕਰਸ ਕਿੰਨੇ ਆ 100, ਤਾਂ n1 + n2 = 100 ਹੋ ਜਾਏਗਾ ਤੁਹਾਡੇ ਕੋਲੇ। ਸੈਕਿੰਡ ਆਪਾਂ ਕੰਬਾਈਨਡ ਮੀਨ ਦਾ ਫਾਰਮੂਲਾ ਅਪਲਾਈ ਕਰ ਦਿੱਤਾ, ਉਸ 'ਚ ਵੈਲਿਊਜ਼ ਪੁੱਟ ਕਰ ਦਿੱਤੀਆਂ ਮੀਨਸ ਦੀਆਂ, x1 ਬਾਰ x1 ਬਾਰ ਤੇ x2 ਬਾਰ ਦੋਨਾਂ ਦੀਆਂ ਵੈਲਿਊਜ਼ ਪੁੱਟ ਕਰ ਦਿੱਤੀਆਂ ਆਪਾਂ ਨੇ। ਠੀਕ ਹੈ, 100 ਨੂੰ ਆਪਾਂ ਲੈਫਟ ਹੈਂਡ ਸਾਈਡ 'ਤੇ ਲੈ ਕੇ ਮਲਟੀਪਲਾਈ ਕਰਤਾ। ਠੀਕ ਹੈ, ਆਪਣੇ ਕੋਲ ਆ ਚੀਜ਼ ਆ ਗਈ। ਉਸ ਤੋਂ ਬਾਅਦ ਜਿਹੜਾ ਹੈਗਾ 480 n1 ਤੇ 360 n2 = ਦਿਸ ਵਨ ਆ ਗਿਆ। ਇਹਨੂੰ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਇਹਨੂੰ ਆਪਾਂ ਨੇ ਕੈਂਸਲ ਕਰਵਾ ਦਿੱਤਾ 10 ਤੇ ਤਾਂ ਈਜ਼ੀਲੀ ਹੋ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲੇ 8 ਦੇ ਟੇਬਲ 'ਤੇ ਜਿਹੜਾ ਜਾਂ 6 ਦੇ ਟੇਬਲ 'ਤੇ ਹੀ ਇਹ ਤੁਹਾਡਾ ਬੇਟਾ ਜਾਏਗਾ। ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋਗੇ। ਕਾਮਨ ਫੈਕਟਰਸ ਕੱਢ ਕੇ ਇਹਨਾਂ ਨੂੰ ਆਪਸ 'ਚ ਕੈਂਸਲ ਕਰਾ ਦਿੱਤਾ। ਉਸ ਤੋਂ ਬਾਅਦ ਕੁਐਸਚਨ ਨੰਬਰ 1 ਤੇ ਕੁਐਸਚਨ ਨੰਬਰ 2 ਇਹਨੂੰ ਆਪਾਂ ਸੋਲਵ ਕਰਨਾ ਹੈਗਾ। ਤੁਸੀਂ 1 ਨੂੰ 3 ਨਾਲ ਮਲਟੀਪਲਾਈ ਕਰਕੇ ਸੈਕਿੰਡ 'ਚੋਂ ਮਾਈਨਸ ਕਰ ਦਿਓ ਤਾਂ ਤੁਹਾਡੇ ਕੋਲ n1 ਦੀ ਵੈਲਿਊ ਆ ਜਾਏਗੀ, ਅਤੇ ਉਹਨੂੰ ਪੁੱਟ ਕਰਕੇ ਤੁਹਾਡੇ ਕੋਲ n2 ਦੀ ਵੈਲਿਊ ਆ ਜਾਏਗੀ। n1 ਦੀ ਵੈਲਿਊ 70 ਹੈ, n2 ਦੀ ਵੈਲਿਊ 30 ਹੈ। ਤਾਂ ਇਸ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਜਿਹੜੇ ਮੇਲ ਵਰਕਰਸ ਆ ਉਹਨਾਂ ਦੀ ਸੈਲਰੀ ਕਿੰਨੀ 70 ਗਿਣਤੀ ਕਿੰਨੀ ਹੈ 70% ਹੈ, ਅਤੇ ਫੀਮੇਲ ਵਰਕਰਸ ਦੀ ਗਿਣਤੀ 30% ਹੈ। ਕਲੀਅਰ। ਉਸ ਤੋਂ ਬਾਅਦ ਅਗਲੀ ਐਗਜ਼ਾਮਪਲ ਜਿਹੜੀ ਹੈਗੀ ਇਹ ਆਪਾਂ ਨੂੰ ਕੀ ਹੈ, ਮੀਨ ਹਾਈਟ ਆਫ 50 ਸਟੂਡੈਂਟਸ ਗਿਵਨ ਹੈ ਇਨ ਏ ਕਾਲਜ 5 ਫੁੱਟ 8 ਇੰਚਿਸ ਅਤੇ ਹਾਈਟ ਆਫ 30 ਜਿਹਦੇ ਵਿੱਚੋਂ 30 ਸਟੂਡੈਂਟਸ ਦੀ ਜਿਹੜੀ ਹਾਈਟ ਹੈ ਇਜ਼ ਗਿਵਨ ਇਨ ਦਾ ਡਿਸਟਰੀਬਿਊਸ਼ਨ ਬਿਲੋ। ਆਪਾਂ ਨੂੰ 30 ਸਟੂਡੈਂਟਸ ਦੀ ਹਾਈਟ ਦੀ ਡਿਸਟਰੀਬਿਊਸ਼ਨ ਇਸ ਤਰ੍ਹਾਂ ਗਿਵਨ ਹੈ, ਅਤੇ ਆਪਾਂ ਨੇ ਪਤਾ ਕਰਨਾ ਫਾਈਂਡ ਅਰਥਮੈਟਿਕ ਮੀਨ ਆਫ ਦਾ ਹਾਈਟ ਆਫ ਦਾ ਰਿਮੇਨਿੰਗ 20 ਸਟੂਡੈਂਟਸ ਦੀ ਆਪਾਂ ਨੇ ਪਤਾ ਕਰਨੀ ਹੈ ਮੀਨ ਐਵਰੇਜ ਹਾਈਟ। ਠੀਕ ਹੈ, ਅਤੇ ਹਾਈਟ ਆਫ 30 ਸਟੂਡੈਂਟਸ ਆਪਾਂ ਨੂੰ ਆ ਚੀਜ਼ ਗਿਵਨ ਹੈ ਕਿ 30 ਦੇ ਵਿੱਚੋਂ 4 ਦੀ ਇੰਨੀ ਹਾਈਟ ਹੈ, 12 ਦੀ ਇੰਨੀ ਹਾਈਟ ਹੈ, 4 ਬੱਚਿਆਂ ਦੀ ਇੰਨੀ ਹੈ, 8 ਸਟੂਡੈਂਟਸ ਦੀ ਇੰਨੀ ਹੈ, 2 ਸਟੂਡੈਂਟਸ ਦੀ 6 ਫੀਟ ਹੈ। ਓਕੇ, ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕੱਢਾਂਗੇ, ਕਿਉਂਕਿ ਇਹ ਆਪਾਂ ਨੂੰ ਹਾਈਟ ਡਿਸਟਰੀਬਿਊਸ਼ਨ ਗਿਵਨ ਹੈ 30 ਸਟੂਡੈਂਟ, ਇਹਨਾਂ ਦੀ ਆਪਾਂ ਮੀਨ ਹਾਈਟ ਕੱਢਾਂਗੇ। ਠੀਕ ਹੈ, ਮੀਨ ਹਾਈਟ ਆਪਾਂ ਨੂੰ ਇੱਕ ਤਾਂ ਟੋਟਲ 50 ਸਟੂਡੈਂਟਸ ਦੀ ਮੀਨ ਹਾਈਟ ਪਤਾ, ਯਾਨੀ ਕਿ ਕੰਬਾਈਨਡ ਮੀਨ ਆਪਾਂ ਨੂੰ ਪਤਾ ਹੈ, ਅਤੇ ਇਹਦੇ ਵਿੱਚ ਆਪਾਂ ਹੁਣ ਕੀ ਮੰਨ ਲਾਂਗੇ n1 = 30 ਅਤੇ n2 = 20 ਜਿਹੜਾ ਕਿ ਆਪਾਂ ਨੇ ਪਤਾ ਕਰਨਾ ਹੈਗਾ। n2 = 20 ਅਤੇ ਆਪਾਂ ਨੇ ਜਿਹੜੀ x2 ਬਾਰ ਦੀ ਵੈਲਿਊ ਇੱਕ ਤਰ੍ਹਾਂ ਦਾ ਪਤਾ ਕਰਨੀ ਹੈ ਕਿ ਇਹਨਾਂ ਦੀ ਮੀਨ ਹਾਈਟ ਕਿੰਨੀ ਹੈ, ਅਤੇ n1 ਜਿਹੜਾ ਹੈਗਾ ਫਸਟ ਗਰੁੱਪ ਇਹਦੀ ਮੀਨ ਹਾਈਟ ਆਪਾਂ ਇੱਥੋਂ ਕੈਲਕੂਲੇਟ ਕਰ ਸਕਦੇ ਹਾਂ। 30 ਸਟੂਡੈਂਟਸ ਦੀ ਮੀਨ ਹਾਈਟ x1 ਬਾਰ ਹੈ ਜਿਹੜੀ, ਇਹਨੂੰ ਆਪਾਂ ਇੱਥੋਂ ਕੈਲਕੂਲੇਟ ਕਰਾਂਗੇ। ਟੋਟਲ ਸਟੂਡੈਂਟਸ ਦੀ ਗਿਣਤੀ 30 ਹੈ, ਇਹਨੂੰ ਤੁਸੀਂ ਮਲਟੀਪਲਾਈ ਕਰਨਾ। ਦੇਖੋ ਬੇਟਾ 5 ਫੀਟ 4 ਇੰਚਿਸ ਹੈ, 5 ਫੀਟ ਦੇ ਵਿੱਚ ਤੁਹਾਡੇ ਕੋਲ 60 ਇੰਚਿਸ ਹੁੰਦੇ ਹੈਗੇ। ਠੀਕ ਹੈ, ਕਿਉਂਕਿ 1 ਫੀਟ ਦੇ ਵਿੱਚ 12 ਇੰਚਿਸ ਹੁੰਦੇ ਤਾਂ 5 ਫੀਟ 'ਚ 60 ਹੋ ਗਏ, ਪਲੱਸ 4 ਇੰਚ ਉਹ 'ਚ ਹੋਰ ਪਲੱਸ ਕਰ ਦਿਓ ਤਾਂ 64 ਆ ਗਈ। 64 ਇੰਚਿਸ ਨੂੰ ਫ੍ਰੀਕੁਐਂਸੀ ਨਾਲ ਆਪਾਂ ਨੇ ਮਲਟੀਪਲਾਈ ਕਰਤਾ ਇੰਟੂ 4 ਪਲੱਸ, ਫਿਰ ਇਹਨੂੰ ਆਪਾਂ ਤੁਸੀਂ ਕਰ ਲਓ 60 ਦੇ ਵਿੱਚ ਤੁਸੀਂ 6 ਪਲੱਸ ਕਰਦੇ ਚਲੇ ਜਾਂਦੇ, 66 × 12 ਪਲੱਸ 4 × 68 8 × 70 ਅਤੇ 2 × 72। ਠੀਕ ਹੈ, ਇਸ ਤਰ੍ਹਾਂ ਤੁਸੀਂ ਹੈਗਾ ਫਾਰਮੂਲਾ ਜਿਹੜਾ ਆਪਾਂ ਡਾਇਰੈਕਟ ਮੀਨ ਦਾ ਫਾਰਮੂਲਾ ਕੀਤਾ ਸੀ ਉਹੀ ਫਾਰਮੂਲਾ ਇੱਥੇ ਅਪਲਾਈ ਕੀਤਾ ਹੈਗਾ ਮੀਨ ਕੱਢਣ ਵਾਸਤੇ। ਤਾਂ ਆ ਆਪਣੇ ਕੋਲ ਇੰਨੇ ਇੰਚਿਸ ਜਿਹੜਾ ਹੈਗਾ ਆਪਣੇ ਕੋਲ ਇਹ ਵੈਲਿਊ ਆ ਗਈ ਹੈਗੀ ਮੀਨ ਦੀ। x1 ਬਾਰ ਦੀ ਵੈਲਿਊ ਆ ਗਈ। x2 ਬਾਰ ਦੀ ਵੈਲਿਊ ਆਪਾਂ ਨੇ ਪਤਾ ਕਰਨੀ ਹੈ 20 ਸਟੂਡੈਂਟਸ ਦੀ। ਤਾਂ ਹੁਣ ਆਪਾਂ ਨੂੰ x1 ਬਾਰ ਦੀ ਵੈਲਿਊ ਪਤਾ ਹੈ, x1 ਕੰਬਾਈਨਡ ਮੀਨ ਆਪਾਂ ਨੂੰ ਪਤਾ 68 ਇੰਚਿਸ ਹੈ। x2 ਬਾਰ ਦੀ ਵੈਲਿਊ ਪਤਾ ਕਰਨੀ ਹੈ, n1 30 ਹੈ, n2 20 ਹੈ। ਸਾਰੀਆਂ ਵੈਲਿਊਜ਼ ਆਪਾਂ ਨੇ ਇਸ ਫਾਰਮੂਲੇ 'ਚ ਕੰਬਾਈਨਡ ਮੀਨ 'ਚ ਪੁੱਟ ਕਰ ਦੇਣੀ ਹੈ। ਤਾਂ ਇੱਥੋਂ ਤੁਹਾਡੇ ਕੋਲ x2 ਬਾਰ ਦੀ ਵੈਲਿਊ ਆ ਜਾਏਗੀ 68 ਜਿਹੜੀ ਹੈਗੀ ਆਪਣੇ ਕੋਲ ਇੰਚਿਸ ਇਹ ਵੈਲਿਊ ਆ ਗਈ ਹੈਗੀ, ਯਾਨੀ ਕਿ 5 ਇੰਚਿਸ 8.8 5 ਫੀਟ 8.8 ਇੰਚਿਸ ਹੈ। ਇਸ ਦੇ ਨਾਲ 8.4 ਐਕਸਰਸਾਈਜ਼ ਹੈ ਜਿਹੜੀ ਉਹ ਤੁਹਾਡੀ ਕੰਬਾਈਨਡ ਮੀਨ ਦੇ ਨਾਲ ਸੋਲਵ ਹੋ ਜਾਏਗੀ। ਈਜ਼ੀਲੀ ਤੁਸੀਂ ਇਹਨੂੰ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਜਿਹੜਾ ਆ ਜਾਂਦਾ ਕਰੈਕਟਿੰਗ ਇਨਕਰੈਕਟ ਅਰਥਮੈਟਿਕ ਮੀਨ। ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਜਦੋਂ ਇੱਦਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਜਿਹਦੇ ਵਿੱਚ ਕੀ ਹੈ ਇਨਕਰੈਕਟ ਅਰਥਮੈਟਿਕ ਮੀਨ ਆਪਾਂ ਨੂੰ ਗਿਵਨ ਹੁੰਦਾ, ਉਹਨੂੰ ਆਪਾਂ ਸਹੀ ਕਰਨਾ ਹੈਗਾ।
ठीक है। ये वास्ते आप फार्मूला यूज़ करते हैं करैक्ट एक्स बार इज इक्वल टू करैक्ट सिग्मा एक्स अपॉन एन, ठीक है। करैक्ट सिग्मा एक्स उही मेन का जो फार्मूला होंगे सिग्मा एक्स अपॉन एन यूज़ उही किया। इनू मैं तुहानूं दसदी एग्जाम्पल के थ्रू सॉल्व किस तरह करनी होंगे इदां दी प्रॉब्लम्स कि जो मीन ऑफ 100 ऑबजरवेशन इज़ फाउंड टू बी 40। ਆਪਾਂ ਨੂੰ ਹੁਣ ਜਿਵੇਂ ਇਹਦੇ ਵਿੱਚ ਗਿਵਨ ਹੈ ਕਿ 100 ऑबजरवेशनस ਦਾ ਮੀਨ ਆਪਾਂ ਨੂੰ 40 ਗਿਵਨ ਹੈ। ਇਫ ਐਟ ਦਾ ਟਾਈਮ ਆਫ ਕੰਪੀਟੀਸ਼ਨ 2 ਆਈਟਮਸ ਵਰ wrongly taken as 30 and 27 instead of 3 and 72 फाइंड द करैक्ट मीन। ਜਦੋਂ ਇਹ ਕੈਲਕੂਲੇਟ ਕਰ ਰਹੇ ਸੀ ਇਹਨਾਂ ਨੇ ਕੀ ਕੀਤਾ ਗਾ ਗਲਤ ਦੋ ਜਿਹੜੀਆਂ ਆਪਣੇ ਕੋਲੇ ਆਈਟਮਸ ਸੀਗੀਆਂ ਉਹਨਾਂ ਨੂੰ ਗਲਤ ਲਿਖ ਲਿਆ। ਕੀ ਲਿਖ ਲਿਆ ਉਹਨਾਂ ਨੇ 30 ਤੇ 27 ਲਿਖ ਲਿਆ ਜਦਕਿ ਕਰੈਕਟ ਹੋ ਗਈ ਸੀਗੀਆਂ 3 ਤੇ 72 ਸੀਗਾ। ਤਾਂ ਆਪਾਂ ਨੇ ਹੁਣ ਕਰੈਕਟ ਮੇਨ ਪਤਾ ਕਰਨਾ ਹੈ। ਹੁਣ ਜੋ ਆਪਾਂ ਨੂੰ ਗਿਵਨ ਹੈ ਐਨ ਦੀ ਵੈਲਿਊ ਤਾਂ ਉਨੀ ਹੋਈ ਹੈ 40 ਹੋਈ एन इज इक्वल टू 100 ਜਿਹੜਾ ਹੈਗਾ ਉਹ ਆਪਾਂ ਨੂੰ ਗਿਵਨ ਹੈ ਕਿਉਂਕਿ 100 ऑबजरवेशन है। एन 'ਚ ਤਾਂ ਕੋਈ ਚੇਂਜ ਨਹੀਂ ਹੋਏਗੀ। ਜਿਹੜਾ ਇਨਕਰੈਕਟ ਮੀਨ ਹੈ ਉਹ ਆਪਣਾ ਕਿੰਨਾ ਹੈਗਾ एक्स बार इज इक्वल टू 40। ਇਹ ਇਨਕਰੈਕਟ ਮੀਨ ਹੋ ਗਿਆ ਜਾਨੀ ਕਿ ਤੇ ਆਪਾਂ ਨੇ ਕਰੈਕਟ ਮੀਨ ਪਤਾ ਕਰਨਾ ਹੈਗਾ। ਤਾਂ ਉਹਦੇ ਵਾਸਤੇ ਪਹਿਲਾਂ ਆਪਾਂ ਕੀ ਕਰਾਂਗੇ ਸਿਗਮਾ ਐਕਸ ਦੀ ਵੈਲਿਊ ਪਤਾ ਕਰਾਂਗੇ। ਕਿਸ ਤਰ੍ਹਾਂ ਕਿ ਇਹਨਾਂ ਦਾ ਸਿਗਮਾ ਐਕਸ ਕਿੰਨਾ ਹੈ ਇਨਕਰੈਕਟ ਮੀਨ ਦਾ। ਤਾਂ एक्स बार ਆਪਣੇ ਕੋਲੇ इज इक्वल टू सिग्मा एक्स अपॉन एन ਹੁੰਦਾ ਹੈਗਾ। एन की वैल्यू अपन 100 गिवन है एक्स बार की 40 है। दोनों वैल्यूज पुट करके अपने को इनकरैक्ट सिग्मा एक्स की वैल्यू 4000 आ गई। इस तो बाद आप की करांगे करैक्ट सिग्मा एक्स कढ़ांगे। करैक्ट सिग्मा एक्स किवें निकलेगा इस इनकरैक्ट सिग्मा एक्स दे विचों आपां की करांगे क्योंकि सिग्मा एक्स की हुंदी सारियां ऑबजरवेशन का सम हुंदी हैगी। तां उहदे विचों जिहड़ियां अपनियां गलत ऑबजरवेशन सीगियां उन्हां नूं आपां माइनस कर देवांगे ते जिहड़ियां सही ऑबजरवेशन सी उन्हां नूं आपां प्लस कर देवांगे। क्लीयर समझ आ गया बेटा। करैक्ट सिग्मा एक्स आपां किवें कढ़ांगे इनकरैक्ट तो ਜਿਹੜੀਆਂ ਗਲਤ ऑबजरवेशनस है उन्होंने आप माइनस कर देना तो सही ऑबजरवेशनस ਨੂੰ ਆਪਾਂ प्लस कर देना ਤਾਂ ਤੁਹਾਡੇ ਕੋਲੇ करैक्ट सिग्मा एक्स की वैल्यू आ जाएगी। ਹੁਣ नंबर ऑफ ऑबजरवेशन उन्नी ही है करैक्ट सिग्मा एक्स पता चल गया। फार्मूले के मीन के फार्मूले च पुट करके अपने कोले करैक्ट जिहड़ा मीन आप फाइंड आउट कर सकते। नैक्सट अपने कोले जिहड़ा हैगा द मीन मार्क्स ऑफ 100 स्टूडेंट्स आर फाउंड टू बी 40। ठीक है। हुण इहदे विच भी आपां नूं 100 स्टूडेंट्स दा मार्क्स दी एवरेज आपां नूं जिहड़ी हैगी 40 गिवन है। लेटर ऑन इट वाज डिस्कवर्ड दैट अ स्कोर ऑफ 53 वाज मिसरीड एज 83। ठीक है। अदों बाद थोड़े टाइम बाद आपां नूं पता चलिया कि जिहड़ा 53 वाला स्कोर सीगा उहनूं गलती नाल 83 रीड कर लिया यानी कि 83 गलत आपां ने रीड किया 53 होना चाहिए सी जबकि उत्थे। तो आपां ने पता करना है फाइंड द करैक्ट मीन कोरसपोंडिंग टू करैक्ट स्कोर। आपां ने करैक्ट मीन करना करैक्ट स्कोर के अकॉर्डिंग इन द फॉलोइंग केसिस। किहड़े केसिस दे विच पहला केस हैगा अपने कोले वैन इट इज़ एन इंडिविजुअल सीरीज। जो ये इंडिविजुअल सीरीज अलग अलग सीरीज़ के विच जिहड़ा हैगा आपां पता करांगे करैक्ट मीन आपां ने करना जबकि आपां नूं गलत मीन गिवन है। तो पहला अपना जिहड़ा हैगा उस तरीके नाल चलेगा जिवें कि आपां उपर कीता सी। आपां नूं इनकरैक्ट मीन पता ऑबजरवेशनस पता एन की वैल्यू 100 है। एन की वैल्यू 100 है बेटा। ठीक है। इन्होंने गलती नाल 10 पा दिता। एन की वैल्यू 100 है तो मीन की वैल्यू 40 है। तो सिग्मा एक्स की वैल्यू आप इतों कढ़ लीगी 4000 जी हैगी है। ये अपने को सिग्मा एक्स की वैल्यू आ गई। ये इनकरैक्ट सिग्मा एक्स है। आप करैक्ट सिग्मा एक्स फाइंड आउट करांगे। किस तरह करांगे करैक्ट मीन पता करने वास्ते करैक्ट सिग्मा एक्स चाहिए। जो आपां नूं गिवन है इंडिविजुअल सीरीज़ है जो इंडिविजुअल सीरीज़ है तो सेम उपर वाले तरीके नाल अपना जिहड़ा हैगा सब निकलेगा। आप करैक्ट वैल्यू जिहड़ी हैगी है करैक्ट वैल्यू ऑफ सिग्मा एक्स की करांगे इनकरैक्ट सिग्मा एक्स दे विचों जिहड़ी वैल्यू आपां ने गलत लत्ती सी वो माइनस कर दित्ती ते जिहड़ी सही है उहनूं प्लस कर दिता। क्लीयर। तो इस तरह अपने को कैलकुलेट करके करैक्ट सिग्मा एक्स की वैल्यू आ गई। इनू करैक्ट मीन के फार्मूले च पुट कर दो ऑबजरवेशनस उन्नियां ही रहणगियां। तो अपने को जिहड़ा हैगा यह करैक्ट मीन आ जाएगा जदों आपां इंडिविजुअल सीरीज़ के थ्रू सॉल्व कर रहे हैं। जदों अपने को डाटा जिहड़ा हैगा ग्रुप्ड
इन द क्लास इंटरवल ਦੇ ਵਿੱਚ ਗਿਵਨ ਹੋਏਗਾ 0 to 5 5 to 10 10 to 15। ਇਸ ਤਰ੍ਹਾਂ ਆਪਾਂ ਨੂੰ ਇੰਟਰਵਲਸ ਦੇ ਵਿੱਚ ਜਦੋਂ ਡਾਟਾ ਗਿਵਨ ਹੈ ਉਦੋਂ ਆਪਾਂ ਕਰੈਕਟ ਮੀਨ ਕਿਵੇਂ ਪਤਾ ਕਰਾਂਗੇ, ਇਹ ਥੋੜ੍ਹਾ ਜਿਹਾ ਸਮਝਣ ਵਾਲੀ ਗੱਲ ਹੈ। ਆ ਤਾਂ ਸਿੰਪਲ ਸੀਗਾ ਕਿ ਜਦੋਂ ਗਰੁੱਪਡ ਡਾਟਾ ਗਿਵਨ ਹੈ ਉਦੋਂ ਤੁਸੀਂ ਕਿਵੇਂ ਪਤਾ ਕਰੋਗੇ ਕਿ ਆਪਣਾ ਜਿਹੜਾ ਹੈਗਾ ਕਰੈਕਟ ਮੀਨ ਕਿੰਨਾ ਹੈਗਾ। ਤਾਂ ਜਦੋਂ ਆਪਾਂ ਨੂੰ ਡਾਟਾ ਗਰੁੱਪਡ ਦਿੱਤਾ ਇਨ ਦਾ ਕਲਾਸ ਇੰਟਰਵਲ 0 to 5 5 to 10 10 to 15 ਤਾਂ ਤੁਸੀਂ ਇੱਥੇ ਦੇਖੋ ਧਿਆਨ ਨਾਲ ਜਿਹੜਾ ਡਿਫਰੈਂਸ ਹੈ ਉਹ ਕਿੰਨੇ ਦਾ 5 5 ਦਾ ਡਿਫਰੈਂਸ ਹੈ। ਤਾਂ ਵੀ ਸ਼ੈਲ ਸਬਟਰੈਕਟ 82.5 ਇਨ ਪਲੇਸ ਆਫ 83 ਕਿਉਂਕਿ ਆਪਾਂ ਨੇ ਕੀ ਕਰਨਾ ਹੁੰਦਾ ਐਕਸ ਦੇ ਵਿੱਚੋਂ ਮਾਈਨਸ ਕਰਨਾ ਹੁੰਦਾ ਹੈਗਾ। ਜਿਹੜਾ ਵੀ ਆਪਾਂ ਇਨਕਰੈਕਟ ਆਹ ਮਾਈਨਸ ਕਰਦੇ ਹੈਗੇ ਟਰਮ ਨੂੰ ਤੇ ਪਲੱਸ ਕਰਨਾ ਹੁੰਦਾ ਹੈਗਾ, ਆਪਾਂ ਐਕਸ ਦੇ ਵਿੱਚੋਂ ਕਰਦੇ ਹਾਂ। ਤਾਂ ਆਪਾਂ ਹੁਣ ਕਿਉਂਕਿ ਜਿਹੜਾ ਹੈਗਾ ਇਹਨਾਂ ਦਾ ਡਿਫਰੈਂਸ ਕਿੰਨਾ ਹੈਗਾ 5 ਹੈਗਾ, ਠੀਕ ਹੈ, ਬਿਕੋਜ਼ 83 ਐਂਡ 53 ਬਿਲੋਂਗ ਟੂ ਦਾ ਕਲਾਸ ਇੰਟਰਵਲ 80 to 85। ਇਹ ਕਿਹੜੀ ਕਲਾਸ ਇੰਟਰਵਲ ਨੂੰ ਜਾਣਗੇ 80 ਤੋਂ ਲੈ ਕੇ 85 ਦੇ ਤੇ 50 to 55 ਹੂਜ਼ ਮਿਡ ਵੈਲਿਊਜ਼ ਕਿੰਨੀਆਂ ਆ ਜਾਣਗੀਆਂ ਆਪਣੇ ਕੋਲੇ 0.5, ਜਿਨ੍ਹਾਂ ਦੀਆਂ ਮਿਡ ਵੈਲਿਊਜ਼ ਕਿੰਨੀਆਂ ਆਪਣੇ ਕੋਲੇ 82.5 ਤੇ 52.5 ਆਪਣੇ ਕੋਲੇ। ਕਿਉਂਕਿ 5 ਡਿਫਰੈਂਸ ਹੈ ਤੇ ਇਹਨਾਂ ਦੀ ਜਦੋਂ ਮਿਡ ਵੈਲਿਊ ਆਪਾਂ ਕੱਢਾਂਗੇ, ਜਦੋਂ ਇਹਨਾਂ ਦੀ ਮਿਡ ਵੈਲਿਊ ਤੁਹਾਨੂੰ ਕੱਢਣੀ ਆਉਂਦੀ ਹੈ ਨਾ, ਐਮ ਕੱਢਣੀ ਸਿਖਾਈ ਸੀ 80 + 85/2 ਕਰੋਗੇ ਸੋਲਵ ਕਰਕੇ ਤਾਂ 82.5 ਹੈ ਇਹ ਤੁਹਾਡੇ ਕੋਲ ਇਹਦੀ ਮਿਡ ਵੈਲਿਊ ਆ ਜਾਏਗੀ। ਤਾਂ 82.5 ਹੈ ਜਿਹੜਾ ਵੀ ਸ਼ੈਲ ਸਬਟਰੈਕਟ ਆਪਾਂ ਕੀ ਕਰਾਂਗੇ 83 ਦੀ ਜਗ੍ਹਾ ਤੇ 82.5 ਨੂੰ ਮਾਈਨਸ ਕਰ ਦੇਵਾਂਗੇ ਤੇ ਐਡ ਆਪਾਂ ਕਰਾਂਗੇ 52.5 0.5 ਜਿਹੜਾ ਹੈਗਾ ਉਹ ਆਪਾਂ ਇਹਦੇ ਵਿੱਚੋਂ ਮਾਈਨਸ ਕਰ ਦੇਵਾਂਗੇ। ਤਾਂ 52.5 ਨੂੰ ਆਪਾਂ ਕੀ ਕਰਾਂਗੇ ਪਲੱਸ ਕਰ ਦੇਵਾਂਗੇ ਤੇ ਜਿਹੜੀ ਕਰੈਕਟ ਵੈਲਿਊ ਹੈ ਤੇ ਜਿਹੜੀ ਇਨਕਰੈਕਟ ਵੈਲਿਊ ਉਹਨੂੰ ਆਪਾਂ ਮਾਈਨਸ ਕਰ ਦੇਵਾਂਗੇ। ਤਾਂ ਆਨਸਰ ਆਪਣੇ ਕੋਲੇ ਸਿਗਮਾ ਐਕਸ ਜਿਹੜੀ ਹੈ ਉਹਦੀ ਵੈਲਿਊ ਇੰਨੀ ਆ ਜਾਏਗੀ 3970, ਠੀਕ ਹੈ। ਉਸ ਤੋਂ ਕਰੈਕਟ ਮੀਨ ਕੱਢਣਾ ਆਉਂਦੀ ਹੈ ਉਸੇ ਤਰੀਕੇ ਨਾਲ। ਕਲੀਅਰ ਬੇਟਾ। ਜੇ ਆਪਾਂ ਨੂੰ ਡਾਟਾ ਜਿਹੜਾ ਹੈਗਾ ਉਹ ਗਿਵਨ ਹੈ 0 to 10 10 to 20 20 to 30, ਇਹਦੇ ਵਿੱਚ ਵੀ ਸੇਮ ਇਸੇ ਤਰੀਕੇ ਨਾਲ ਆਪਾਂ ਕਰਾਂਗੇ ਵੀ ਸ਼ੈਲ ਸਬਟਰੈਕਟ 85 ਇਨ ਪਲੇਸ ਆਫ 83। ਆਪਾਂ ਕੀ ਕਰਾਂਗੇ ਹੁਣ 83 ਦੀ ਜਗ੍ਹਾ ਤੇ 85 ਮਾਈਨਸ ਕਰਾਂਗੇ। ਕਿਉਂ ਕਰਾਂਗੇ? ਕਿਉਂਕਿ ਜਿਹੜਾ ਹੈਗਾ ਇੰਟਰਵਲ ਹੈ 83 ਹੈ, ਠੀਕ ਹੈ। ਜਦੋਂ ਆਪਾਂ ਆਹ ਵਾਲੀ ਸੀਰੀਜ਼ 'ਚ ਜਾਵਾਂਗੇ ਤਾਂ 83 ਕਿਹੜੇ ਇੰਟਰਵਲ 'ਚ ਜਾਏਗਾ 80 to 90 ਵਾਲੇ, ਹੈ ਨਾ। 83 ਕਿਸ 'ਚ ਜਾਂਦਾ 80 to 90 ਤੇ ਸਿਮਿਲਰਲੀ 55 ਹੈ 53 ਹੈ ਜਿਹੜਾ ਉਹ ਕਿਸ 'ਚ ਜਾਂਦਾ ਆਪਣਾ 50 to 60 ਵਾਲੇ ਇੰਟਰਵਲ ਦੇ ਵਿੱਚ ਜਾਂਦਾ ਹੈਗਾ। ਤਾਂ ਇਹਨਾਂ ਦੀ ਮਿਡ ਵੈਲਿਊ ਕਿੰਨੀ ਆ ਆਪਣੇ ਕੋਲੇ, ਕਿਉਂਕਿ ਆਪਾਂ ਜਦੋਂ ਇਹਨੂੰ ਕੈਲਕੂਲੇਟ ਕਰਦੇ ਨਾ ਬੇਟਾ ਕੰਟੀਨਿਊ ਸੀਰੀਜ਼ 'ਚ ਤੁਹਾਨੂੰ ਦੱਸਿਆ ਸੀਗਾ ਜਦੋਂ ਆਪਾਂ ਨੇ ਉਹ ਕੱਢਣਾ ਹੈਗਾ ਤਾਂ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਮੀਨ ਕੱਢਣਾ ਹੁੰਦਾ ਆਪਾਂ ਮਿਡ ਵੈਲਿਊ ਚੂਜ਼ ਕਰਦੇ ਹਾਂ। ਤਾਂ ਮਿਡ ਵੈਲਿਊ ਜਿਵੇਂ ਇਹਦੇ ਵਿੱਚ 82.5 ਬਣੀ ਸੀ, ਇਹਦੇ ਵਿੱਚ ਮਿਡ ਵੈਲਿਊ ਕਿੰਨੀ ਬਣਦੀ ਆਪਣੇ ਕੋਲੇ 85 ਬਣਦੀ ਹੈ, ਇਹਦੇ ਵਿੱਚ 55 ਬਣਦੀ ਹੈ। ਤਾਂ ਆਪਾਂ 85 ਨੂੰ ਮਾਈਨਸ ਕਰ ਦੇਵਾਂਗੇ ਤੇ 55 ਨੂੰ ਪਲੱਸ ਕਰ ਦੇਵਾਂਗੇ। ਕਲੀਅਰ। ਤਾਂ ਆਪਣੇ ਕੋਲੇ ਸਿਗਮਾ ਐਕਸ ਦੀ ਵੈਲਿਊ ਆ ਜਾਏਗੀ। ਫਿਰ ਕਰੈਕਟ ਮੀਨ ਕੱਢ ਲਓ। ਦੇਖੋ ਸੇਮ ਆਨਸਰ ਆ ਰਿਹਾ ਹੈਗਾ ਤੁਹਾਡਾ, ਕਿਉਂਕਿ ਇੱਕੋ ਹੀ ਡਾਟਾ ਹੈਗਾ, ਸਿਰਫ ਸੀਰੀਜ਼ ਦਾ ਫਰਕ ਪੈ ਰਿਹਾ ਹੈਗਾ, ਇਸ ਕਰਕੇ ਆਨਸਰ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ। ਆਨਸਰ ਆਪਣਾ ਜਿਹੜਾ ਹੈਗਾ ਉਹ ਸੇਮ ਆਏਗਾ। ਇਸ ਤਰੀਕੇ ਨਾਲ ਜਿਹੜੀ ਹੈਗੀ ਹੈ 8.5 ਐਕਸਰਸਾਈਜ਼ ਤੁਸੀਂ ਇਸੇ ਤਰੀਕੇ ਨਾਲ ਬੇਟਾ ਕੱਢ ਸਕਦੇ ਹੋਗੇ। ਇਨਕਰੈਕਟ ਮੀਨ ਨੂੰ ਕਰੈਕਟ ਮੀਨ 'ਚ ਕਿਸ ਤਰ੍ਹਾਂ ਚੇਂਜ ਕਰਨਾ। ਨੈਕਸਟ ਲੈਕਚਰ ਆਪਾਂ ਅਗਲੇ ਲੈਕਚਰ 'ਚ ਕਰਦੇ ਹਾਂ। ਥੈਂਕ ਯੂ ਬੇਟਾ।